साल पहला साडे घर तो कुछ ही दूर एक डार्लिंग परिवार रहिंदा सी। उन्हां दे परिवार विच 3 बच्चे सन। उन्हां दे नाम सी जैन, माइकल ते वैंडी। वैंडी हमेशा अपनी मां नूं दसदी सी कि किस तरह नाल पीटर पैन उन्हां दे कमरे विच बंसरी वजांदा सी। ओदी मां हमेशा उन्हूं कहंदी कि यह सब ओदी कल्पना है, पर कुछ कर ना सकी। पर कमरे विच पत्ते भी विखदे सी जो उन्हूं उलझन विच पा दिंदे सी। वैंडी हमेशा कहंदी सी कि पत्ते पीटर पैन तो डिगदे ने। एक रात जदों उन्हां दे माँ-पिओ बाहर गए होए सी ते बच्चिआं नूं घर कल्ला छड्ड दित्ता सी, तां जदों उन्हां नूं नींद आई ते ओह सारे सौ गए, पीटर पैन कमरे विच आया ते उन्हां पत्तिआं नूं ਲੱਭਣ ਲੱਗਾ जो उत्थे छुट गए सी। उसे वेले वैंडी जाग गई। पीटर पैन, मैं तुहाडा ही इंतजार कर रही सी। तुसी असली हो, इस ते किसी नूं भी विश्वास नहीं है। वैंडी ने पीटर नूं पत्ते वापस कर दिते जिन्हां नूं ओह पीटर दे लई लको रही सी। ओहनूं पीटर बहुत पसंद आया ते इसलिए ओहने पत्ते दोबारा कपड़ियां ते सी दिते। वैंडी, की मैं तैनूं एक बहादुरी दी कथा सुना सकदा हां? मैं कोई साहसिक कहानी नहीं सुननी है, मैं एक पीटर पैन वांग जीना चाहनी हां। उसे वेले पीटर दी छोटी दोस्त परी टिंकर बेल खिड़की तो अंदर आई। मैनूं पता सी कि तुसी इत्थे ही मिलोगे। कि तुसी मेरे बिना एक नवी हिम्मत की तैयारी कर रहे सी? तू जाणदी है कि तेरे बिना मेरे लिए कुछ कर पाना सौखा नहीं है। वैंडी ने अपने भरा नूं जगाया। उन्हां ने पीटर पैन ते टिंकर बेल नूं हैरान होके वेख्या। अच्छा, तो तू आउण दे लई तैयार है? टिंकर बेल ने परां तो धूड़ झटकी ते बंद कर लए ते ओह हवा विच तैर गए। सब ने इकट्ठियां ही घर छड्डिया। लंबे सफर तो बाद ਉਹ ਨੈਵਰਲੈਂਡ ਪਹੁੰਚੇ ਅਤੇ ਉੱਥੇ ਉਹਨਾਂ ਨੂੰ ਮਿਲੇ जल परियां, जंगली जानवर, इंडियन समंदरी डाकू ते गवाचे हुए मुंडे भी उत्थे सी। उन्हां सब विचों सब तो खतरनाक सी कैप्टन हुक। कैप्टन हुक पीटर पैन दा दुश्मन सी। इसकी वजह यह सी कि एक बार जदों लड़ रहे सी, पीटर ने ओदा हथ कटिया सी ਅਤੇ ਇੱਕ ਵੱਡੇ ਮਗਰਮੱਛ ਨੇ ਉਹ ਖਾ ਲਿਆ ਸੀ। ਉਹਦੇ ਹੱਥ ਦੇ ਨਾਲ ਉਹਨੇ ਉਹਦੀ ਘੜੀ ਵੀ ਨਿਗਲ ਲਈ ਸੀ ਤੇ ਇਸ ਲਈ ਮਗਰਮੱਛ ਹਮੇਸ਼ਾ ਟਿਕ ਟਾਕ ਆਵਾਜ਼ਾਂ ਕਰਦਾ ਸੀ। ਇਸ ਕਰਕੇ ਕੈਪਟਨ ਹੁਕ ਨੂੰ ਹਮੇਸ਼ਾ ਪਤਾ ਚੱਲ ਜਾਂਦਾ ਸੀ ਕਿ ਮਗਰਮੱਛ ਨੇੜੇ ਹੀ ਹੈ। ਉਹਦੀ ਟਿਕ ਟਾਕ ਆਵਾਜ਼ ਦੀ ਵਜ੍ਹਾ ਕਰਕੇ ਡੈਕ ਤੇ ਆਪਣੀ ਦੂਰਬੀਨ ਤੋਂ ਚਾਰੋਂ ਪਾਸੇ ਵੇਖਦੇ ਹੋਏ ਕਪਤਾਨ ਨੂੰ ਸਾਹਮਣੇ ਦੀ ਪਹਾੜੀ ਤੇ ਪੀਟਰ ਪੈਨ ਬੱਚਿਆਂ ਦੇ ਨਾਲ ਨਜ਼ਰ ਆਇਆ। ਉਹਨੇ ਉਸੇ ਵੇਲੇ ਆਦਮੀਆਂ ਨੂੰ ਤੋਪਾਂ ਵਿੱਚੋਂ ਅੱਗ ਵਰਸਾਉਣ ਦਾ ਹੁਕਮ ਦਿੱਤਾ। ਪੀਟਰ ਪੈਨ ਤੇ ਬੱਚਿਆਂ ਨੂੰ ਤੋਪਾਂ ਤੋਂ ਦੂਰ ਲੈ ਜਾਣਾ ਬਹੁਤ ਔਖਾ ਸੀ। ਟਿੰਕਰ ਬੈਲ, ਤੂੰ ਬੱਚਿਆਂ ਨੂੰ ਸੁਰੱਖਿਅਤ ਥਾਂ ਤੇ ਲੈ ਜਾ, ਮੈਂ ਹੁਕ ਨਾਲ ਨਿਪਟਦਾ। ਟਿੰਕਰ ਬੈਲ ਨੂੰ ਵੈਂਡੀ ਤੋਂ ਬਹੁਤ ਜਲਨ ਹੁੰਦੀ ਸੀ, ਇਸ ਕਰਕੇ ਉਹ ਉਹਨੂੰ ਪੀਟਰ ਪੈਨ ਤੋਂ ਦੂਰ ਰੱਖਣਾ ਚਾਹੁੰਦੀ ਸੀ। ਕੁਝ ਬਹਾਨਾ ਬਣਾ ਕੇ ਉਹ ਵੈਂਡੀ ਨੂੰ ਉੱਥੇ ਹੀ ਪਹਾੜੀ ਤੇ ਛੱਡ ਕੇ ਜੇਨ ਤੇ ਮਾਈਕਲ ਨੂੰ ਸਮੁੰਦਰ ਤੱਟ ਤੇ ਇੱਕ ਸੁਰੱਖਿਅਤ ਥਾਂ ਤੇ ਲੈ ਆਈ। ਟਾਪੂ ਤੇ ਰਹਿਣ ਵਾਲੇ ਇੱਕ ਗਵਾਚੇ ਹੋਏ ਮੁੰਡੇ ਨੇ ਵੈਂਡੀ ਨੂੰ ਦੂਰ ਤੋਂ ਵੇਖਿਆ। ਉਸ ਵੇਲੇ ਪੀਟਰ ਪੈਨ ਕੈਪਟਨ ਹੁਕ ਨਾਲ ਲੜ ਰਿਹਾ ਸੀ, ਪਰ ਅਚਾਨਕ ਉਹਦੀ ਬਾਂਹ ਖਾਣ ਵਾਲੇ ਮਗਰਮੱਛ ਨੂੰ ਸਾਹਮਣੇ ਵੇਖ ਕੇ ਡਰ ਦੇ ਮਾਰੇ ਹੁਕ ਭੱਜ ਗਿਆ। ਜਦੋਂ ਪੀਟਰ ਪੈਨ ਵਾਪਸ ਆ ਰਿਹਾ ਸੀ ਤਾਂ ਉਹਨੇ ਵੈਂਡੀ ਨੂੰ ਚੱਟਾਨ ਤੇ ਜ਼ਖਮੀ ਪਏ ਹੋਏ ਵੇਖਿਆ। ਇਹ ਵੇਖ ਕੇ ਉਹ ਬਹੁਤ ਪਰੇਸ਼ਾਨ ਹੋ ਗਿਆ। ਗਵਾਚੇ ਹੋਏ ਮੁੰਡਿਆਂ ਨੂੰ ਅਫਸੋਸ ਹੋ ਰਿਹਾ ਸੀ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਵੈਂਡੀ ਦੁਸ਼ਮਣ ਨਹੀਂ ਸਗੋਂ ਪੀਟਰ ਦੀ ਦੋਸਤ ਹੈ। ਮੈਂ ਬੱਚਿਆਂ ਨੂੰ ਤੇਰੇ ਸਹਾਰੇ ਛੱਡਿਆ ਸੀ। ਟਿੰਕਰ ਬੈਲ ਨੂੰ ਵੀ ਬਹੁਤ ਦੁੱਖ ਹੋਇਆ। ਮੈਨੂੰ ਮਾਫ ਕਰ ਦੇ ਪੀਟਰ, ਦੁਬਾਰਾ ਏਦਾਂ ਕਦੇ ਨਹੀਂ ਹੋਵੇਗਾ, ਮੈਂ ਵਾਅਦਾ ਕਰਦੀ ਹਾਂ। ਗਵਾਚੇ ਹੋਏ ਬੱਚਿਆਂ ਨੇ ਵੈਂਡੀ ਤੇ ਉਹਦੇ ਭਰਾ ਦੇ ਲਈ ਇੱਕ ਸੋਹਣਾ ਜਿਹਾ ਘਰ ਬਣਾਇਆ
ਰਾਤ ਨੂੰ ਉਹ ਸਾਰੇ ਪੇੜਾਂ ਦੇ ਥੱਲੇ ਘਰ ਵਿੱਚ ਸੌਂਦੇ ਤੇ ਵੈਂਡੀ ਦੀ ਕਹਾਣੀਆਂ ਨੂੰ ਸੁਣਦੇ ਸੀ ਤੇ ਪੀਟਰ ਘਰ ਦੇ ਬਾਹਰ ਨਿਗਰਾਨੀ ਕਰਦਾ ਸੀ। ਇੱਕ ਦਿਨ ਜਦੋਂ ਉਹ ਚੱਟਾਨ ਤੇ ਆਰਾਮ ਕਰ ਰਹੇ ਸੀ ਤਾਂ ਉਹਨਾਂ ਨੇ ਸਮੁੰਦਰੀ ਡਾਕੂਆਂ ਨੂੰ ਆਉਂਦੇ ਹੋਏ ਵੇਖਿਆ। ਸਮੁੰਦਰੀ ਡਾਕੂਆਂ ਨੇ ਭਾਰਤੀ ਪ੍ਰਮੁੱਖ ਦੀ ਬੇਟੀ ਨੂੰ ਬੰਦਕ ਬਣਾ ਲਿਆ ਸੀ। ਪੀਟਰ ਪੈਨ ਤੇ ਮੁੰਡੇ ਪ੍ਰਮੁੱਖ ਦੀ ਬੇਟੀ ਨੂੰ ਬਚਾਉਣ ਵਾਸਤੇ ਗਏ। ਉਹਨਾਂ ਦੇ ਤੇ ਸਮੁੰਦਰੀ ਡਾਕੂਆਂ ਦੇ ਵਿਚਕਾਰ ਲੜਾਈ ਹੋਈ। ਆਖਰ ਵਿੱਚ ਉਹਨਾਂ ਨੇ ਬੇਟੀ ਨੂੰ ਬਚਾ ਲਿਆ ਤੇ ਉਸ ਨੂੰ ਪ੍ਰਮੁੱਖ ਦੇ ਕੋਲ ਲੈ ਗਏ। ਉਸ ਦਿਨ ਤੋਂ ਬਾਅਦ ਇੰਡੀਅਨਸ ਪੀਟਰ ਪੈਨ ਤੇ ਗਵਾਚੇ ਹੋਏ ਮੁੰਡਿਆਂ ਦੇ ਬਹੁਤ ਚੰਗੇ ਦੋਸਤ ਬਣ ਗਏ। ਇੰਨਾ ਹੀ ਨਹੀਂ, ਮੁੱਖ ਮੰਤਰੀ ਨੇ ਮੁੰਡਿਆਂ ਦੀ ਹਿਫਾਜ਼ਤ ਦੇ ਲਈ ਆਪਣੇ 2 ਵਧੀਆ ਬੰਦਿਆਂ ਨੂੰ ਪੀਟਰ ਪੈਨ ਦੇ ਨਾਲ ਰਹਿਣ ਦਾ ਹੁਕਮ ਦਿੱਤਾ। ਬੇਸ਼ੱਕ ਕੈਪਟਨ ਹੁੱਕ ਇਸ ਬਾਰੇ ਵਿੱਚ ਨਾਰਾਜ਼ ਸਨ। ਇੱਕ ਦਿਨ ਮੈਂ ਤੈਨੂੰ ਹਰਾਵਾਂਗਾ ਪੀਟਰ ਪੈਨ, ਤੇ ਤੂੰ ਮੇਰੇ ਤੋਂ ਬਚ ਨਹੀਂ ਸਕੇਗਾ। ਇੱਕ ਰਾਤ ਜਦੋਂ ਵੈਂਡੀ ਆਪਣੇ ਪਰਿਵਾਰ ਦੀ ਕਹਾਣੀ ਦੱਸ ਰਹੀ ਸੀ ਤਾਂ ਪੀਟਰ ਨੂੰ ਅਹਿਸਾਸ ਹੋਇਆ ਕਿ ਉਹ ਤੇ ਉਹਦੇ ਭਰਾ ਪਰਿਵਾਰ ਨੂੰ ਕਿੰਨਾ ਯਾਦ ਕਰ ਰਹੇ ਨੇ। ਇਸ ਕਰਕੇ ਉਹਨੇ ਕਿਹਾ ਕਿ ਜੇ ਉਹ ਚਾਹੁੰਦੇ ਨੇ ਤਾਂ ਵਾਪਸ ਜਾ ਸਕਦੇ ਨੇ, ਪਰ ਉਹ ਰਹਿਣਾ ਚਾਹੁੰਦੇ ਸੀ। ਜਦੋਂ ਲੰਮੇ ਸਫ਼ਰ ਦੇ ਲਈ ਪੈਕਿੰਗ ਕਰ ਰਹੇ ਸੀ ਤਾਂ ਸਮੁੰਦਰੀ ਡਾਕੂਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਭਾਰਤੀਆਂ ਦੇ ਲਈ ਜਾਲ ਫੈਲਾ ਕੇ ਉਹਨਾਂ ਨੂੰ ਪਕੜਨ ਤੋਂ ਬਾਅਦ ਸਮੁੰਦਰੀ ਡਾਕੂਆਂ ਨੇ ਮੁੰਡਿਆਂ ਨੂੰ ਫੜ ਲਿਆ। ਪੀਟਰ ਪੈਨ ਘਰ ਵਿੱਚ ਸੌਂ ਰਿਹਾ ਸੀ ਤੇ ਮੁੰਡਿਆਂ ਦੇ ਨਾਲ ਕੀ ਹੋਇਆ ਇਸ ਗੱਲ ਤੋਂ ਅਣਜਾਣ ਸੀ। ਕੈਪਟਨ ਹੁੱਕ ਨੇ ਉਹਨੂੰ ਸੌਂਦੇ ਹੋਏ ਵੇਖ ਲਿਆ ਸੀ, ਪਰ ਉਹ ਪੀਟਰ ਪੈਨ ਦੇ ਘਰ ਦਾ ਦਰਵਾਜ਼ਾ ਖੋਲ ਨਹੀਂ ਸਕੇ। ਫਿਰ ਵੀ ਉਹਨਾਂ ਨੇ ਆਪਣੇ ਨਾਲ ਲਿਆਇਆ ਹੋਇਆ ਜ਼ਹਿਰ ਦਰਵਾਜ਼ੇ ਦੇ ਥੱਲੇ ਦੀ ਬੋਤਲਾਂ ਵਿੱਚ ਭਰ ਦਿੱਤਾ, ਜਿਸ ਕਰਕੇ ਪੀਟਰ ਦੇਰ ਤੱਕ ਸੌਂਦਾ ਰਿਹਾ। ਪੀਟਰ ਪੈਨ ਪੂਰਾ ਦਿਨ ਸੁੱਤਾ ਰਿਹਾ ਤੇ ਜਦੋਂ ਉਹ ਉੱਠਿਆ ਟਿੰਕਰ ਬੈਲ ਅੰਦਰ ਆਈ। ਜੋ ਕੁਝ ਵੀ ਮੁੰਡਿਆਂ ਦੇ ਨਾਲ ਹੋਇਆ ਇਹ ਦੱਸਣ ਤੇ ਪੀਟਰ ਪੈਨ ਤੇ ਟਿੰਕਰ ਬੈਲ ਮੁੰਡਿਆਂ ਨੂੰ ਬਚਾਉਣ ਵਾਸਤੇ ਤੁਰ ਪਏ। ਜਦੋਂ ਸਮੁੰਦਰੀ ਡਾਕੂਆਂ ਦੇ ਮੁੱਖ ਆਫਿਸ ਹੈਪੀ ਰੌਕ ਤੇ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਪਹਿਰੇਦਾਰੀ ਤੇ ਕੋਈ ਸਮੁੰਦਰੀ ਡਾਕੂ ਨਹੀਂ ਸੀ। ਜਦੋਂ ਚੱਟਾਨ ਦੇ ਦੂਜੇ ਪਾਸੇ ਗਏ ਤਾਂ ਉੱਥੇ ਦਾ ਨਜ਼ਾਰਾ ਵੇਖ ਕੇ ਹੈਰਾਨ ਰਹਿ ਗਏ। ਵੈਂਡੀ, ਜੇਨ, ਮਾਈਕਲ ਤੇ ਗਵਾਚੇ ਹੋਏ ਮੁੰਡੇ ਸਾਰੇ ਖੰਭਿਆਂ ਨਾਲ ਬੰਨੇ ਹੋਏ ਸੀ ਤੇ ਕੈਪਟਨ ਹੁੱਕ ਹੱਥ ਵਿੱਚ ਜਲਦੀ ਹੋਈ ਮਸ਼ਾਲ ਫੜੀ ਖੜਾ ਸੀ। ਤੁਹਾਡੀ ਆਖਰੀ ਇੱਛਾ ਕੀ ਹੈ? ਵੈਂਡੀ, ਜੋ ਸਭ ਤੋਂ ਵੱਡੀ ਸੀ, ਉਹਨੇ ਬੋਲਣਾ ਸ਼ੁਰੂ ਕੀਤਾ। ਪਿਆਰੇ ਦੋਸਤੋ, ਮੇਰੇ ਆਖਰੀ ਸ਼ਬਦ ਉਹ ਹੋਣਗੇ ਜੋ ਤੁਹਾਡੀ ਮਾਂ ਨੇ ਦੱਸੇ ਹੋਣਗੇ। ਜੇ ਅੱਜ ਉਹ ਇੱਥੇ ਹੁੰਦੀ ਤਾਂ ਕਹਿੰਦੀ ਕਿ ਡਰਨ ਦੀ ਕੋਈ ਗੱਲ ਨਹੀਂ ਤੇ ਨਿਡਰਤਾ ਨਾਲ ਆਪਣੀ ਮੌਤ ਦਾ ਸਾਹਮਣਾ ਕਰੋ। ਹਿੰਮਤ ਵਾਲੇ ਬਣੋ, ਦਿਆਲੁਤਾ ਹਮੇਸ਼ਾ ਜਿੱਤਦੀ ਹੈ। ਵੈਂਡੀ ਦੇ ਬੋਲ ਸੁਣ ਕੇ ਕੈਪਟਨ ਹੁੱਕ ਨੂੰ ਬੜਾ ਗੁੱਸਾ ਆਇਆ। ਉਹ ਉਹਨੂੰ ਕਿਸ਼ਤੀ ਤੇ ਲੈ ਆਇਆ ਤੇ ਇੱਕ ਵੱਡੇ ਖੰਭੇ ਨਾਲ ਬੰਨ੍ਹ ਦਿੱਤਾ। ਇਸੇ ਵੇਲੇ ਪੀਟਰ ਪੈਨ ਤੇ ਟਿੰਕਰ ਬੈਲ ਮੁੰਡਿਆਂ ਨੂੰ ਬਚਾਉਣ ਵਾਸਤੇ ਉੱਥੇ ਆ ਪਹੁੰਚੇ। ਇਸੇ ਵੇਲੇ ਭਾਰਤੀ ਤੇ ਉਹਨਾਂ ਦੇ ਪ੍ਰਮੁੱਖ ਵੀ ਉੱਥੇ ਮਦਦ ਦੇ ਲਈ ਆ ਪਹੁੰਚੇ। ਇਸ ਨਾਲ ਪੀਟਰ ਪੈਨ ਬਹੁਤ ਖੁਸ਼ ਹੋਇਆ ਕਿਉਂਕਿ ਉਹਨਾਂ ਦੀ ਮਦਦ ਨਾਲ ਉਹਨਾਂ ਨੇ ਮੁੰਡਿਆਂ ਨੂੰ ਬਚਾ ਲਿਆ। ਹੁਣ ਵੈਂਡੀ ਨੂੰ ਛੁਡਾਉਣ ਦਾ ਸਮਾਂ ਸੀ। ਪੀਟਰ ਪੈਨ ਤੇ ਮੁੰਡੇ ਕੈਪਟਨ ਹੁੱਕ ਦੇ ਜਹਾਜ਼ ਤੇ ਪਹੁੰਚੇ, ਜਿੱਥੇ ਕੁਝ ਸਮੁੰਦਰੀ ਡਾਕੂ ਬਚੇ ਹੋਏ ਸੀ। ਤੇ ਜਦੋਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਹੁਣ ਉਹਨਾਂ ਦੀ ਸ਼ਾਮਤ ਆ ਗਈ ਹੈ, ਉਹ ਜਹਾਜ਼ ਤੋਂ ਕੁੱਦ ਗਏ। ਹੁੱਕ, ਛੁਪਣ ਦੇ ਲਈ ਕੋਈ ਥਾਂ ਨਹੀਂ ਹੈ, ਸਮਰਪਣ ਕਰ ਦੇ। ਪੀਟਰ ਪੈਨ ਤੇ ਮੁੰਡਿਆਂ ਨੇ ਕੈਪਟਨ ਹੁੱਕ ਵੱਲ ਵਧਣਾ ਸ਼ੁਰੂ ਕੀਤਾ ਤਾਂ ਜੋ ਪਿੱਛੇ ਵੱਲ ਚੱਲ ਸਕੇ। ਤੇ ਅਚਾਨਕ ਉਸਨੇ ਇੱਕ ਆਵਾਜ਼ ਸੁਣੀ, ਉਹ ਆਵਾਜ਼ ਜਿਸ ਦਾ ਉਹਨੂੰ ਸਭ ਤੋਂ ਜ਼ਿਆਦਾ ਡਰ ਸੀ। ਡਰ ਦੇ ਮਾਰੇ ਕੈਪਟਨ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਮਗਰਮੱਛ ਉਹਦਾ ਪਾਣੀ ਵਿੱਚ ਡਿੱਗਣ ਦਾ ਇੰਤਜ਼ਾਰ ਕਰ ਰਿਹਾ ਸੀ। ਬਚਾਓ! ਪਲਕ ਝਪਕਦੇ ਹੀ ਉਹ ਕਿਸ਼ਤੀ ਦੇ ਦੂਜੇ ਪਾਸੇ ਭੱਜਿਆ ਤੇ ਪਾਣੀ ਵਿੱਚ ਕੁੱਦ ਗਿਆ ਤੇ ਜਿੰਨਾ ਛੇਤੀ ਹੋ ਸਕਦਾ ਸੀ ਤੈਰਨ ਲੱਗਿਆ। ਪੀਟਰ ਤੇ ਮੁੰਡੇ ਹੱਸਣ ਲੱਗ ਪਏ। ਉਸ ਪਲ ਤੋਂ ਹੁੱਕ ਦਾ ਜਹਾਜ਼ ਮੁੰਡਿਆਂ ਦਾ ਸੀ ਤੇ ਉਹਨਾਂ ਦਾ ਕਪਤਾਨ ਪੀਟਰ ਪੈਨ ਸੀ। ਅਸੀਂ ਤੁਹਾਡੇ ਹੁਕਮ ਦੇ ਲਈ ਤਿਆਰ ਹਾਂ ਕੈਪਟਨ ਪੀਟਰ। ਚਲੋ ਚੱਲਦੇ ਹਾਂ। ਮੁੰਡਿਆਂ ਨੇ ਰੱਸੀਆਂ ਨੂੰ ਉਤਾਰ ਦਿੱਤਾ ਤੇ ਪਾਲੀਆਂ ਆਪਣੀ ਪੂਰੀ ਤਾਕਤ ਨਾਲ ਉੱਠੀਆਂ।
ਟਿੰਕਰਬੈਲ ਚਲੋ ਉੜਦੇ ਹਾਂ ਡਾਰਲਿੰਗ ਪਰਿਵਾਰ ਘਰ ਦੇ ਵੱਲ। ਬੱਚੇ ਸੁਣ ਕੇ ਬਹੁਤ ਖੁਸ਼ ਹੋਏ। ਵੈਂਡੀ, ਜੈਨ, ਮਾਈਕਲ ਆਪਣੇ ਮਾਪਿਓ ਦੇ ਕੋਲ ਜਾ ਰਹੇ ਸੀ, ਜਿਨ੍ਹਾਂ ਨੂੰ ਬਹੁਤ ਯਾਦ ਕਰ ਰਹੇ ਸੀ। ਜਦੋਂ ਟਿੰਕਰਬੈਲ ਨੇ ਪਰਾਂ ਤੋਂ ਧੂੜ ਝਟਕੀ ਤਾਂ ਅਚਾਨਕ ਜਹਾਜ਼ ਹਵਾਈ ਜਹਾਜ਼ ਬਣ ਗਿਆ ਤੇ ਆਕਾਸ਼ ਵਿੱਚ ਉੱਡਣ ਲੱਗਾ। ਵੈਂਡੀ ਘਰ ਜਾਣ ਦੇ ਲਈ ਤੇ ਉਹਨਾਂ ਨੂੰ ਪੀਟਰ ਪੈਨ, ਟਿੰਕਰਬੈਲ ਤੇ ਨੈਵਰਲੈਂਡ ਦੇ ਬਾਰੇ ਵਿੱਚ ਦੱਸਣ ਲਈ ਬੇਤਾਬ ਸੀ। ਉਸ ਦਿਨ ਤੋਂ ਨੈਵਰਲੈਂਡ ਉਹਨਾਂ ਦਾ ਦੂਜਾ ਘਰ ਸੀ ਤੇ ਪੀਟਰ ਪੈਨ ਉਹਨਾਂ ਦਾ ਸਭ ਤੋਂ ਚੰਗਾ ਦੋਸਤ। ਕਈ ਸਾਲ ਪਹਿਲਾਂ ਦੂਰ ਇੱਕ ਧਰਤੀ ਤੇ ਇੱਕ ਰਾਜਕੁਮਾਰ ਰਹਿੰਦਾ ਸੀ। ਹੁਣ ਰਾਜਕੁਮਾਰ ਵਿਆਹ ਦੇ ਲਾਇਕ ਹੋ ਚੁੱਕਿਆ ਸੀ, ਪਰ ਬਦਕਿਸਮਤੀ ਨਾਲ ਉਸ ਦੇ ਲਈ ਕਿਧਰੇ ਵੀ ਰਾਜਕੁਮਾਰੀ ਨਹੀਂ ਲੱਭ ਰਹੀ ਸੀ। ਆਪਣੀ ਰਾਜਕੁਮਾਰੀ ਨੂੰ ਲੱਭਣ ਦੇ ਲਈ ਉਹਨੇ ਪੂਰੀ ਦੁਨੀਆ ਦੀ ਯਾਤਰਾ ਕੀਤੀ। ਪੜੋਸ ਦੇ ਮੁਲਕ ਦੀ ਵੀ ਸਾਰੀਆਂ ਰਾਜਕੁਮਾਰੀਆਂ ਨੇ ਰਾਜਕੁਮਾਰ ਨੂੰ ਮਿਲਣ ਦੇ ਲਈ ਰਾਜ ਮਹਿਲ ਦਾ ਦੌਰਾ ਕੀਤਾ, ਪਰ ਰਾਜਕੁਮਾਰ ਨੂੰ ਸਹੀ ਰਾਜਕੁਮਾਰੀ ਚੁਣਨ ਦਾ ਪ੍ਰਯਾਸ ਕਰਨ ਵਿੱਚ ਮੁਸ਼ਕਲ ਹੋ ਰਹੀ ਸੀ। ਉਸ ਦੇ ਪਿਤਾ ਰਾਜਾ ਚਾਹੁੰਦੇ ਸੀ ਕਿ ਉਹਨਾਂ ਦੇ ਬੇਟੇ ਨੂੰ ਅਸਲੀ ਰਾਜਕੁਮਾਰੀ ਮਿਲ ਜਾਵੇ। ਇੰਨੇ ਸਾਲ ਕੋਸ਼ਿਸ਼ ਕਰਨ ਦੇ ਬਾਅਦ ਉਹਨੇ ਸਹੀ ਰਾਜਕੁਮਾਰੀ ਨੂੰ ਪਾਉਣ ਦੀ ਪੂਰੀ ਉਮੀਦ ਖੋ ਦਿੱਤੀ ਸੀ। ਦੁਖਦ, ਨਿਰਾਸ਼ਾਜਨਕ ਅਤੇ ਗਹਿਰੇ ਵਿਚਾਰਾਂ ਦੇ ਰਾਜਕੁਮਾਰ ਨੇ ਆਪਣਾ ਜੀਵਨ ਜੀਣਾ ਜਾਰੀ ਰੱਖਿਆ। ਰਾਜਾ ਤੇ ਰਾਣੀ ਅਸਲ ਵਿੱਚ ਉਹਦੀ ਹਾਲਤ ਨੂੰ ਵੇਖ ਕੇ ਬਹੁਤ ਦੁਖੀ ਸੀ। ਇੱਕ ਹੋਰ ਦੁਖੀ ਰਾਤ ਸੀ ਜਦੋਂ ਉਹ ਸੋਚ ਰਹੇ ਸੀ ਕਿ ਅਚਾਨਕ ਇੱਕ ਵੱਡਾ ਤੂਫਾਨ ਸ਼ੁਰੂ ਹੋ ਗਿਆ। ਜ਼ੋਰਦਾਰ ਬਾਰਿਸ਼ ਹੋਣ ਲੱਗ ਪਈ, ਬਿਜਲੀ ਚਮਕ ਰਹੀ ਸੀ ਅਤੇ ਬੱਦਲਾਂ ਦੀ ਗੜਗੜ ਦੀ ਆਵਾਜ਼ ਮਹਿਲ ਵਿੱਚ ਗੂੰਜਣ ਲੱਗ ਪਈ। ਰਾਜਕੁਮਾਰ ਸੌਣ ਦੀ ਕੋਸ਼ਿਸ਼ ਕਰਨ ਵਿੱਚ ਮੁਸ਼ਕਲ ਮਹਿਸੂਸ ਕਰ ਰਿਹਾ ਸੀ, ਕਿਉਂਕਿ ਉਸ ਨੂੰ ਆਪਣੀ ਖਿੜਕੀ ਤੋਂ ਕੜਕਦੀ ਬਿਜਲੀ ਨਜ਼ਰ ਆ ਰਹੀ ਸੀ ਅਤੇ ਦੂਜੇ ਪਾਸੇ ਉਹ ਆਪਣੇ ਭਵਿੱਖ ਦੀ ਰਾਜਕੁਮਾਰੀ ਦੇ ਬਾਰੇ ਸੋਚ ਰਿਹਾ ਸੀ। ਮਹਿਲ ਵਿੱਚ ਸਾਰੀਆਂ ਆਵਾਜ਼ਾਂ ਦੇ ਸ਼ੋਰ ਵਿੱਚ ਇੱਕ ਨੌਕਰ ਨੇ ਮਹਿਸੂਸ ਕੀਤਾ ਕਿ ਕੋਈ ਦਰਵਾਜ਼ਾ ਖੜਕਾ ਰਿਹਾ ਹੈ। ਉਹਨੇ ਦਰਵਾਜ਼ਾ ਖੋਲ੍ਹਿਆ ਤਾਂ ਵੇਖਿਆ ਕਿ ਬਾਰਿਸ਼ ਵਿੱਚ ਭਿੱਜੀ ਹੋਈ ਇੱਕ ਕੁੜੀ ਕੰਬਦੀ ਹੋਈ ਖੜੀ ਸੀ। ਪੂਰੇ ਰਾਜ ਵਿੱਚ ਗਰੀਬ ਜਵਾਨ ਕੁੜੀਆਂ ਵਿੱਚੋਂ ਉਹ ਹਾਲੇ ਵੀ ਬਹੁਤ ਸੋਹਣੀ ਤੇ ਨਾਜ਼ੁਕ ਲੱਗ ਰਹੀ ਸੀ। ਬੜੀ ਮੁਸ਼ਕਲ ਨਾਲ ਉਹਨੇ ਗੱਲ ਕੀਤੀ, ਕੀ ਤੁਸੀਂ ਮੈਨੂੰ ਕਿਰਪਾ ਕਰਕੇ ਅੰਦਰ ਆਣ ਦਿਓਗੇ? ਮੈਂ ਇਕੱਲੀ ਆ। ਨੌਕਰ ਨੂੰ ਉਸ ਤੇ ਦਇਆ ਆ ਗਈ ਅਤੇ ਉਸਨੇ ਉਸੇ ਵੇਲੇ ਰਾਜਾ ਰਾਣੀ ਨੂੰ ਖਬਰ ਕੀਤੀ। ਅਸੀਂ ਇਸ ਵੇਲੇ ਕਿਸੇ ਫਰਿਆਦੀ ਨੂੰ ਅੰਦਰ ਆਉਣ ਤੋਂ ਮਨਾ ਨਹੀਂ ਕਰ ਸਕਦੇ। ਉਸ ਨੂੰ ਅੰਦਰ ਲਿਆਓ। ਰਾਜਾ ਨੇ ਉਸੇ ਵੇਲੇ ਪਹਿਰੇਦਾਰ ਨੂੰ ਇਸ ਬਾਰੇ ਸੂਚਨਾ ਦਿੱਤੀ ਅਤੇ ਹੁਕਮ ਦਿੱਤਾ। ਗਾਰਡ ਨੇ ਕੁੜੀ ਨੂੰ ਅੰਦਰ ਬੁਲਾਇਆ ਅਤੇ ਹਾਲ ਕਮਰੇ ਵਿੱਚ ਚਿਮਨੀ ਦੇ ਸਾਹਮਣੇ ਬਿਠਾ ਦਿੱਤਾ। ਕੁੜੀ ਦੇ ਭਿੱਜੇ ਕੱਪੜੇ ਵੇਖ ਕੇ ਰਾਣੀ ਨੇ ਨੌਕਰ ਨੂੰ ਹੁਕਮ ਦਿੱਤਾ ਕਿ ਉਹ ਕੁੜੀ ਦੇ ਲਈ ਸੋਹਣੇ ਕੱਪੜੇ ਲੈ ਆਵੇ। ਰਾਣੀ ਨੇ ਕੁੜੀ ਤੋਂ ਇਕੱਲੇ ਵਿੱਚ ਪੁੱਛਿਆ, ਅਜਿਹੇ ਮੌਸਮ ਵਿੱਚ ਰਾਤ ਦੇ ਵੇਲੇ ਕੀ ਮੈਂ ਪੁੱਛ ਸਕਦੀ ਹਾਂ ਕਿ ਤੂੰ ਕੀ ਲੱਭ ਰਹੀ ਸੀ? ਮੈਂ ਇੱਕ ਦੂਰ ਦੇਸ਼ ਦੀ ਰਾਜਕੁਮਾਰੀ ਹਾਂ। ਮੇਰੇ ਮਹਿਲ ਤੇ ਸਾਡੇ ਦੁਸ਼ਮਣਾਂ ਨੇ ਹਮਲਾ ਕੀਤਾ। ਮੈਨੂੰ ਬਚਾਉਣ ਦੇ ਲਈ ਮੇਰੇ ਮਾਪਿਓ ਨੇ ਮੈਨੂੰ ਗੁਪਤ ਰੂਪ ਦੇ 2 ਸੈਨਿਕਾਂ ਦੇ ਨਾਲ ਭੇਜ ਦਿੱਤਾ, ਪਰ ਅੱਧੀ ਰਾਤ ਦੇ ਬਾਅਦ ਤੂਫਾਨ ਦੇ ਕਰਕੇ ਅਸੀਂ ਇੱਕ ਦੂਜੇ ਤੋਂ ਅਲੱਗ ਹੋ ਗਏ ਤੇ ਮੈਂ ਇੱਥੇ ਆ ਗਈ। ਮੈਨੂੰ ਅੰਦਰ ਆਉਣ ਦੇਣ ਦੇ ਲਈ ਧੰਨਵਾਦ। ਰਾਣੀ ਦੇ ਲਈ ਯਕੀਨ ਕਰਨਾ ਔਖਾ ਹੋ ਗਿਆ ਸੀ, ਪਰ ਉਸ ਤੋਂ ਵੀ ਜ਼ਿਆਦਾ ਔਖਾ ਸੀ ਉਹਨੂੰ ਮਹਿਲ ਤੋਂ ਬਾਹਰ ਭੇਜਣਾ। ਰਾਜਕੁਮਾਰ ਇਹ ਜਾਣਨ ਦੇ ਲਈ ਉਤਾਵਲਾ ਸੀ ਕਿ ਇਹ ਰਹੱਸਮਈ ਕੁੜੀ ਕੌਣ ਹੈ। ਉਹ ਉਸ ਨਾਲ ਮਿਲਣਾ ਚਾਹੁੰਦਾ ਸੀ। ਉਸ ਵੇਲੇ ਕੁੜੀ ਨੇ ਰਾਣੀ ਦੇ ਦਿੱਤੇ ਹੋਏ ਕੱਪੜੇ ਪਾਏ ਸੀ।
ਉਹਦੇ ਵਾਲ ਵੀ ਹੁਣ ਸੁੱਕ ਗਏ ਸੀ ਤੇ ਹੁਣ ਉਹਨੂੰ ਜ਼ਰਾ ਚੰਗਾ ਲੱਗ ਰਿਹਾ ਸੀ। ਹੁਣ ਉਹ ਹੋਰ ਵੀ ਸੋਹਣੀ ਤੇ ਪਿਆਰੀ ਲੱਗ ਰਹੀ ਸੀ। ਜਿਵੇਂ ਹੀ ਰਾਜਕੁਮਾਰ ਕਮਰੇ ਵਿੱਚ ਦਾਖਲ ਹੋਇਆ, ਉਹ ਉਹਦੇ ਰੂਪ ਤੇ ਖੂਬਸੂਰਤੀ ਤੇ ਵਿਸ਼ਵਾਸ ਨਾ ਕਰ ਸਕਿਆ। ਉਹਦੀ ਮੌਜੂਦਗੀ ਤੇ ਉਹ ਮਹਿਲ ਹੋ ਗਿਆ, ਪਰ ਫਿਰ ਵੀ ਉਹ ਇਹ ਜਾਣਨਾ ਚਾਹੁੰਦਾ ਸੀ ਕਿ ਉਹ ਅਸਲ ਵਿੱਚ ਰਾਜਕੁਮਾਰੀ ਹੀ ਸੀ। ਰਾਣੀ ਨੇ ਕਿਹਾ ਕਿ ਉਹ ਹਾਲਾਤ ਨੂੰ ਸੰਭਾਲ ਲਵੇਗੀ ਅਤੇ ਪਤਾ ਲਾਵੇਗੀ ਕਿ ਇਹ ਸੱਚ ਵਿੱਚ ਰਾਜਕੁਮਾਰੀ ਹੈ ਜਾਂ ਨਹੀਂ। ਕਿ ਉਹ ਅਸਲ ਵਿੱਚ ਰਾਜਕੁਮਾਰੀ ਹੈ, ਅਸੀਂ ਅੱਜ ਰਾਤੀ ਪਤਾ ਲਾਵਾਂਗੇ। ਰਾਜਕੁਮਾਰ ਤੇ ਰਾਜਕੁਮਾਰੀ ਨੇ ਦੇਰ ਰਾਤ ਤੱਕ ਗੱਲਾਂ ਕੀਤੀਆਂ। ਰਾਜਕੁਮਾਰ ਉਹਦੇ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਬਹੁਤ ਉਤਾਵਲਾ ਸੀ। ਰਾਣੀ ਨੇ ਮਹਿਮਾਨਾਂ ਦਾ ਕਮਰਾ ਰਾਜਕੁਮਾਰੀ ਦੇ ਲਈ ਤਿਆਰ ਕਰਵਾ ਦਿੱਤਾ ਤੇ ਉਸ ਦੇ ਬਿਸਤਰ ਦੇ ਥੱਲੇ ਇੱਕ ਮਟਰ ਰੱਖਿਆ ਅਤੇ ਉਸ ਨੂੰ 7 ਗੱਦਿਆਂ ਨਾਲ ਢੱਕ ਦਿੱਤਾ। ਉਹ ਕੁੜੀ ਉਸ ਰਾਤ ਉਸ ਅਜੀਬ ਬਿਸਤਰ ਤੇ ਸੁੱਤੀ ਜੋ ਉਹਦੇ ਲਈ ਤਿਆਰ ਕੀਤਾ ਗਿਆ ਸੀ। ਦੂਜੀ ਸਵੇਰ ਰਾਣੀ ਨੇ ਉਸ ਕੁੜੀ ਦੇ ਉੱਠਣ ਦਾ ਇੰਤਜ਼ਾਰ ਕੀਤਾ ਅਤੇ ਜਦ ਉਹ ਜਾਗੀ ਤਾਂ ਉਸ ਤੋਂ ਪੁੱਛਿਆ, ਕੱਲ ਰਾਤ ਚੰਗੀ ਨੀਂਦ ਆਈ? ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਤੁਸੀਂ ਮੈਨੂੰ ਆਸਰਾ ਦਿੱਤਾ, ਪਰ ਮੈਨੂੰ ਸੌਣ ਦੀ ਕੋਸ਼ਿਸ਼ ਵਿੱਚ ਬਹੁਤ ਮੁਸ਼ਕਲ ਹੋਈ। ਅੱਛਾ, ਸੱਚੀ? ਕੀ ਮੈਂ ਪੁੱਛ ਸਕਦੀ ਹਾਂ ਕਿਉਂ? ਮੇਰੇ ਸਰੀਰ ਵਿੱਚ ਦਰਦ ਹੈ, ਮੇਰੀ ਪਿੱਠ ਦਰਦ ਕਰ ਰਹੀ ਹੈ। ਇੰਜ ਲੱਗਦਾ ਹੈ ਜਿਵੇਂ ਪੂਰੀ ਰਾਤ ਮੈਂ ਕਿਸੇ ਸਖਤ ਚੀਜ਼ ਤੇ ਸੁੱਤੀ ਸੀ। ਰਾਣੀ ਨੂੰ ਇਸੇ ਜਵਾਬ ਦਾ ਇੰਤਜ਼ਾਰ ਸੀ। ਉਸ ਨੂੰ ਪਤਾ ਸੀ ਕਿ ਸਿਰਫ ਇੱਕ ਰਾਜਕੁਮਾਰੀ ਹੀ ਗੱਦੇ ਦੀ 7 ਪਰਤਾਂ ਵਿੱਚ ਢੱਕੇ ਬਿਸਤਰ ਦੇ ਅੰਦਰ ਅਜਿਹੀ ਬੇਆਰਾਮੀ ਮਹਿਸੂਸ ਕਰ ਸਕਦੀ ਹੈ। ਉਹ ਰਾਜਕੁਮਾਰ ਦੇ ਕੋਲ ਗਈ ਅਤੇ ਜੋ ਕੁਝ ਹੋਇਆ ਉਹਨੂੰ ਦੱਸਿਆ। ਇਹ ਸਭ ਸੁਣ ਕੇ ਅਤੇ ਆਖਰਕਾਰ ਇਹ ਜਾਣ ਕੇ ਕਿ ਉਹ ਇੱਕ ਅਸਲੀ ਰਾਜਕੁਮਾਰੀ ਹੈ, ਰਾਜਕੁਮਾਰ ਆਪਣੀ ਖੁਸ਼ੀ ਲੁਕੋ ਨਹੀਂ ਸਕਿਆ। ਰਾਜਕੁਮਾਰ ਨੇ ਰਾਜਾ ਨੂੰ ਕਿਹਾ ਕਿ ਉਹ ਰਾਜਕੁਮਾਰੀ ਨਾਲ ਵਿਆਹ ਕਰਨਾ ਚਾਹੁੰਦਾ ਹੈ ਅਤੇ ਰਾਜਾ ਨੇ ਉਹਦੀ ਇੱਛਾ ਮੰਨ ਲਈ। ਰਾਜਕੁਮਾਰ ਨੇ ਕਿਹਾ ਕਿ ਜਦ ਤੱਕ ਉਹਦੇ ਰਾਜ ਵਿੱਚ ਯੁੱਧ ਖਤਮ ਨਾ ਹੋ ਜਾਵੇ, ਉਹ ਉਹਨਾਂ ਦੇ ਮਹਿਲ ਵਿੱਚ ਰਹਿ ਸਕਦੀ ਹੈ ਤੇ ਉਹਨਾਂ ਨੇ ਉਹਨਾਂ ਦੇ ਦੇਸ਼ ਨੂੰ ਬਚਾਉਣ ਵਿੱਚ ਮਦਦ ਦੇ ਲਈ ਆਪਣੀ ਸੈਨਾ ਵੀ ਭੇਜ ਦਿੱਤੀ। ਅਤੇ ਛੇਤੀ ਰਾਜਕੁਮਾਰ ਨੇ ਰਾਜਕੁਮਾਰੀ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ। ਕੀ ਤੂੰ ਮੇਰੇ ਨਾਲ ਵਿਆਹ ਕਰੇਂਗੀ ਰਾਜਕੁਮਾਰੀ? ਉਸ ਰਾਤ ਰਾਜਕੁਮਾਰ ਨੇ ਮਟਰ ਨੂੰ ਇੱਕ ਕੱਚ ਦੀ ਡਿੱਬੀ ਵਿੱਚ ਰੱਖਿਆ ਅਤੇ ਪੱਕਾ ਕੀਤਾ ਕਿ ਇਹ ਮਹਿਲ ਦੇ ਸਭ ਤੋਂ ਚੰਗੇ ਕੋਨੇ ਵਿੱਚ ਰੱਖਿਆ ਜਾਏ। ਕਈ ਸਾਲਾਂ ਤੱਕ ਜਿਨ੍ਹਾਂ ਨੂੰ ਪਿਆਰ ਤੇ ਯਕੀਨ ਸੀ, ਅਜਿਹੇ ਲੋਕ ਇਸ ਮਟਰ ਨੂੰ ਵੇਖਣ ਆਉਂਦੇ ਸੀ। ਰਾਜਕੁਮਾਰ ਤੇ ਰਾਜਕੁਮਾਰੀ ਦੀ ਇਹ ਕਹਾਣੀ ਕਈ ਸਾਲਾਂ ਤੋਂ ਸੁਣਾਈ ਜਾ ਰਹੀ ਹੈ।